प्यारे विद्यार्थियों, प्यार भरी सत श्री अकाल। मैं देसरा सिंह साइंस मास्टर सरकारी सीनियर सैकेंडरी स्मार्ट स्कूल कुलरियां जिला मानसा ਤੁਹਾਡੇ ਲਈ फिर तो एक होर वीडियो लैक्चर लैके हाजिर हाँ जिसका विषय है संश्लिष्ट रेशे ਅਤੇ प्लास्टिक। इस तो पिछले ਲੈਕਚਰ ਦੇ ਦੌਰਾਨ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਬਾਰੇ ਪੜ੍ਹ ਚੁੱਕੇ ਹਾਂ ਕਿ ਜਿਹੜੇ ਇਹ ਸੰਸ਼ਲਿਸ਼ਟ ਰੇਸ਼ੇ ਕੀ ਹੁੰਦੇ ਹਨ, ਇਸ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ। ਸਾਡੀ ਡੇਲੀ ਜਿਹੜੀ ਲਾਈਫ ਹੈ, ਰੋਜ਼ਮर्रा ਦੀ ਜਿਹੜੀ ਜ਼ਿੰਦਗੀ ਹੈ, ਉਸ ਦੇ ਵਿੱਚ ਅਸੀਂ ਕਿੱਥੇ-ਕਿੱਥੇ ਇਹਨਾਂ ਰੇਸ਼ਿਆਂ ਦਾ ਉਪਯੋਗ ਕਰਦੇ ਹਾਂ, ਉਹ ਅਸੀਂ ਸਾਰਾ ਇਸ ਤੋਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ ਸਿੱਖ ਚੁੱਕੇ ਹਾਂ। ਅੱਜ ਦੀ ਜੋ ਇਸ ਵੀਡੀਓ ਲੈਕਚਰ ਦੇ ਦੌਰਾਨ ਅਸੀਂ ਪਲਾਸਟਿਕ ਬਾਰੇ ਪੜਾਂਗੇ ਕਿ ਪਲਾਸਟਿਕ ਕੀ ਹੁੰਦਾ ਹੈ, ਇਸ ਦੇ ਕਿਹੜੇ-ਕਿਹੜੇ ਗੁਣ ਹਨ, ਕਿੱਥੇ-ਕਿੱਥੇ ਅਸੀਂ ਇਹਨਾਂ ਨੂੰ ਉਪਯੋਗ ਦੇ ਵਿੱਚ ਲਿਆ ਸਕਦੇ ਹਾਂ ਜਾਂ ਕੀ ਇਸ ਦੇ ਨੁਕਸਾਨ ਹਨ। ਅਸੀਂ ਇੱਕ ਇੱਕ ਕਰਕੇ ਇਸ ਨਾਲ ਸੰਬੰਧਿਤ ਜਿਹੜੀ ਇਹ ਟੌਪਿਕਸ ਨੇ ਉਹ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕਿ ਪਲਾਸਟਿਕ ਕੀ ਹੁੰਦਾ ਹੈ। ਸਾਡੀ ਡੇਲੀ ਲਾਈਫ ਦੇ ਵਿੱਚ ਕਾਫੀ ਸਾਰੀ ਜਿਹੜੀ ਜਗ੍ਹਾ ਹੈ ਉਹ ਪਲਾਸਟਿਕ ਨੇ ਲਈ ਹੈ। ਸੁਬਾਹ ਤੋਂ ਸ਼ਾਮ ਤੱਕ ਅਸੀਂ ਕਿੰਨੀਆਂ ਹੀ ਪਲਾਸਟਿਕ ਦੀਆਂ ਚੀਜ਼ਾਂ ਨਾਲ ਘਿਰੇ ਹੋਏ ਹਾਂ। ਤਾਂ ਆਖਿਰ ਇਹ ਪਲਾਸਟਿਕ ਕੀ ਹੈ? ਤਾਂ ਜੇ ਇਸ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਸੰਸ਼ਲਿਸ਼ਟ ਰੇਸ਼ਿਆਂ ਵਾਂਗ ਪਲਾਸਟਿਕ ਵੀ ਇੱਕ ਬਹੁਲਕ ਹੈ। ਹੁਣ ਪਿਛਲੀ ਵੀਡੀਓ ਲੈਕਚਰ ਦੇ ਵਿੱਚ ਅਸੀਂ ਸਿੱਖਿਆ ਸੀ ਕਿ ਬਹੁਲਕ ਕੀ ਹੁੰਦਾ ਹੈ। ਤਾਂ ਇੱਕ ਵਾਰ ਫਿਰ ਤੋਂ ਮੈਂ ਇੱਥੇ ਇਸ ਨੂੰ ਦੁਹਰਾ ਦਿੰਦਾ ਹਾਂ ਕਿ ਬਹੁਲਕ ਦਾ ਮਤਲਬ ਹੁੰਦਾ ਹੈ ਕਾਫੀ ਸਾਰੇ ਜਾਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਇਕਾਈਆਂ ਇਕੱਠੀਆਂ ਹੋ ਕੇ ਇੱਕ ਲੰਬੀ ਲੜੀ ਬਣਾਉਂਦੀਆਂ ਨੇ, ਉਸ ਨੂੰ ਬਹੁਲਕ ਕਿਹਾ ਜਾਂਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਜਿਹੜਾ ਪਲਾਸਟਿਕ ਹੈ ਉਹ ਵੀ ਇੱਕ ਬਹੁਲਕ ਹੈ, ਭਾਵ ਇਸ ਦੇ ਵਿੱਚ ਵੀ ਛੋਟੇ-ਛੋਟੇ ਮੋਨੋਮਰ ਹੁੰਦੇ ਹਨ ਜੋ ਮਿਲ ਕੇ ਇੱਕ ਜਿਹੜੀ ਲੰਮੀ ਲੜੀ ਤਿਆਰ ਕਰਦੇ ਹਨ। ਤਾਂ ਜੇ ਇਹਨਾਂ ਛੋਟੀਆਂ ਇਕਾਈਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਜਿਹੜੀ ਇਹ ਵਿਵਸਥਾ ਹੈ, ਭਾਵ ਇਹਨਾਂ ਦੀ ਆਪਸੀ ਜਿਹੜੀ ਜੁੜਨ ਦੀ ਵਿਵਸਥਾ ਹੈ, ਉਹ ਹਰ ਇੱਕ ਜਾਂ ਸਾਰੇ ਜਿਹੜੇ ਪਲਾਸਟਿਕ ਨੇ ਉਹਨਾਂ ਦੇ ਵਿੱਚ ਇੱਕ ਹੀ ਤਰ੍ਹਾਂ ਦੀ ਨਹੀਂ ਹੁੰਦੀ। ਤਾਂ ਕਈਆਂ ਦੇ ਵਿੱਚ ਇਹ ਰੇਖੀ ਹੋ ਸਕਦੀ ਹੈ। ਰੇਖੀ ਦਾ ਮਤਲਬ ਹੁੰਦਾ ਹੈ ਇੱਕ ਲਾਈਨ ਦੇ ਵਿੱਚ ਕਾਫੀ ਸਾਰੇ ਜਿਹੜੇ ਛੋਟੀਆਂ ਇਕਾਈਆਂ ਨੇ ਉਹ ਜੁੜੀਆਂ ਹੋਣ। ਕਈਆਂ ਦੇ ਵਿੱਚ ਇਹ ਕ੍ਰਾਸ ਵੱਧ ਵੀ ਹੁੰਦੀ ਹੈ, ਕਈਆਂ ਦੇ ਵਿੱਚ ਇਹ ਸ਼ਾਖਿਤ ਹੋ ਸਕਦੀ ਹੈ। ਜਿਵੇਂ ਇੱਕ ਡਾਇਗਰਾਮ ਜੇ ਅਸੀਂ ਡਿਸਕਸ ਕਰੀਏ ਤਾਂ ਇਸ ਦੇ ਵਿੱਚ ਤੁਸੀਂ ਦੋ ਤਰ੍ਹਾਂ ਦੀਆਂ ਜਿਹੜੀਆਂ ਵਿਵਸਥਾਵਾਂ ਦੇਖ ਰਹੇ ਹੋ। ਪਹਿਲੀ ਜਿਹੜੀ ਵਿਵਸਥਾ ਹੈ ਜੇ ਉਸ ਨੂੰ ਤੁਸੀਂ ਧਿਆਨ ਨਾਲ ਦੇਖੋ, ਜਿਵੇਂ ਅਸੀਂ ਸਪੋਜ਼ ਕਰੀਏ ਕਿ ਇਹ ਜੋ ਡੱਬਾ ਤੁਸੀਂ ਦੇਖ ਰਹੇ ਹੋ ਇਹ ਇੱਕ ਛੋਟੀ ਇਕਾਈ ਹੈ। ਇਸੇ ਤਰ੍ਹਾਂ ਇਹ ਕੋਈ ਦੂਸਰੀ ਛੋਟੀ ਇਕਾਈ ਹੈ, ਇਹ ਕੋਈ ਹੋਰ ਛੋਟੀ ਇਕਾਈ ਹੈ। ਇਹ ਸਾਰੀਆਂ ਛੋਟੀਆਂ ਇਕਾਈਆਂ ਜਦੋਂ ਇੱਕ ਲਾਈਨ ਦੇ ਵਿੱਚ ਇੱਕ ਵਿਵਸਥਾ ਦੇ ਵਿੱਚ ਜੁੜੀਆਂ ਹੋਣ ਤਾਂ ਉਸ ਨੂੰ ਕਿਹਾ ਜਾਂਦਾ ਹੈ ਰੇਖੀ, ਮਤਲਬ ਇਹ ਰੇਖੀ ਵਿਵਸਥਾ ਹੈ। ਔਰ ਦੂਸਰਾ ਜਿਹੜਾ ਤੁਸੀਂ ਸਿਸਟਮ ਦੇਖ ਰਹੇ ਹੋ ਇਸ 'ਚ ਕਾਫੀ ਸਾਰੀਆਂ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹ ਇੱਕ ਦੂਸਰੇ ਨਾਲ ਰੇਖੀ ਵੀ ਨੇ ਤੇ ਕ੍ਰਾਸ ਜਿਹੜੀਆਂ ਕਿਸੇ ਹੋਰ ਰੇਖੀ ਨਾਲ ਵੀ ਜੁੜੀਆਂ ਹੋਈਆਂ ਨੇ। ਤਾਂ ਇਸ ਟਾਈਪ ਦੀ ਜਿਹੜੀ ਵਿਵਸਥਾ ਹੈ ਉਹ ਕ੍ਰਾਸਬੱਧ ਹੁੰਦੀ ਹੈ, ਭਾਵ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪਲਾਸਟਿਕ ਨੇ ਉਹ ਇਹਨਾਂ ਵਿਵਸਥਾਵਾਂ ਦੇ ਵਿੱਚ ਬੱਧੇ ਹੁੰਦੇ ਹਨ। ਉਹ ਰੇਖੀ ਹੋ ਸਕਦੀ ਹੈ, ਕ੍ਰਾਸਬੱਧ ਹੋ ਸਕਦੀ ਹੈ। ਤਾਂ ਇਹ ਜਿਹੜੀ ਸੀ ਪਲਾਸਟਿਕ ਦੀ ਪਰਿਭਾਸ਼ਾ ਸੀ। ਅੱਗੇ
ਅਸੀਂ ਡਿਸਕਸ ਕਰਦੇ ਹਾਂ ਇਸ ਦੀਆਂ ਉਦਾਹਰਨਾਂ। ਸਾਡੀ ਡੇਲੀ ਲਾਈਫ ਦੇ ਵਿੱਚ ਅਸੀਂ ਪੋਲੀਥੀਨ ਵਰਤਦੇ ਹਾਂ ਜਾਂ PVC ਪਾਈਪਾਂ, ਪੋਲੀਵਿਨਾਇਲ ਕਲੋਰਾਈਡ ਇਹਦਾ ਪੂਰਾ ਨਾਮ ਹੁੰਦਾ ਹੈ। ਤਾਂ ਇਹ ਜਿਹੜੀਆਂ ਫਿਟਿੰਗ ਪਾਈਪਾਂ ਅਸੀਂ ਡੇਲੀ ਲਾਈਫ ਦੇ ਵਿੱਚ ਵਰਤਦੇ ਹਾਂ, ਚਾਹੇ ਬਿਜਲੀ ਦੀ ਫਿਟਿੰਗ ਦੇ ਲਈ ਵਰਤਦੇ ਹਾਂ, ਤਾਂ ਉਹ PVC ਦੀਆਂ ਬਣੀਆਂ ਹੁੰਦੀਆਂ ਨੇ, ਉਹ ਵੀ ਪਲਾਸਟਿਕ ਹੈ। ਪੋਲੀਥੀਨ ਵੀ ਇੱਕ ਪਲਾਸਟਿਕ ਹੈ। ਤਾਂ ਆਓ ਅੱਗੇ ਪਲਾਸਟਿਕ ਦੀਆਂ ਕਿਸਮਾਂ ਦੀ ਗੱਲ ਕਰੀਏ। ਤਾਂ ਇਹਨਾਂ ਜਿਹੜੇ ਪਲਾਸਟਿਕਸ ਨੇ, ਇਹਨਾਂ ਨੂੰ ਅਸੀਂ ਦੋ ਤਰ੍ਹਾਂ ਨਾਲ ਡਿਵਾਈਡ ਕਰ ਲੈਂਦੇ ਹਾਂ। ਇੱਕ ਹੁੰਦੇ ਹੈ ਥਰਮੋਸੈਟਿੰਗ ਪਲਾਸਟਿਕ, ਔਰ ਦੂਸਰਾ ਜਿਹੜਾ ਹੈ ਉਹ ਹੁੰਦਾ ਥਰਮੋਪਲਾਸਟਿਕ। ਤਾਂ ਜਿੰਨੇ ਇਹ ਪਲਾਸਟਿਕ ਸੀ, ਅਸੀਂ ਇਹਨਾਂ ਨੂੰ ਦੋ ਕੈਟੇਗਰੀ ਦੇ ਵਿੱਚ ਰੱਖ ਲਿਆ। ਇੱਕ ਸੀ ਥਰਮੋਸੈਟਿੰਗ ਪਲਾਸਟਿਕ ਔਰ ਦੂਸਰਾ ਹੈ ਥਰਮੋਪਲਾਸਟਿਕ। ਤਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ, ਇੱਕ ਇੱਕ ਕਰਕੇ ਅਸੀਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਥਰਮੋਸੈਟਿੰਗ। ਤਾਂ ਇਸ ਦੇ ਨਾਮ ਦੇ ਵਿੱਚੋਂ ਹੀ ਤੁਸੀਂ ਇਸ ਦਾ ਜਿਹੜਾ ਅਰਥ ਹੈ ਉਹ ਸਮਝ ਸਕਦੇ ਹੋ। ਥਰਮੋਸੈਟਿੰਗ, ਥਰਮੋ ਹੁੰਦਾ ਟੈਂਪਰੇਚਰ, ਸੈਟ ਮਤਲਬ ਇਹ ਪਰਮਾਨੈਂਟ ਸੈਟ ਹੁੰਦਾ ਹੈ। ਭਾਵ ਉਹ ਪਲਾਸਟਿਕ ਜਿਨ੍ਹਾਂ ਨੂੰ ਇੱਕ ਵਾਰ ਜਿਸ ਸਾਂਚੇ ਵਿੱਚ ਢਾਲ ਦਿੱਤਾ ਜਾਂਦਾ ਹੈ, ਫਿਰ ਇਹਨਾਂ ਨੂੰ ਗਰਮ ਕਰਕੇ ਨਰਮ ਨਹੀਂ ਕੀਤਾ ਜਾ ਸਕਦਾ। ਹੁਣ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਪਲਾਸਟਿਕ ਦੀਆਂ ਨੇ, ਪਰ ਇਹ ਪਲਾਸਟਿਕ ਨੂੰ ਗਰਮ ਕਰਕੇ ਤੁਸੀਂ ਨਰਮ ਨਹੀਂ ਕਰ ਸਕਦੇ। ਤਾਂ ਇਸ ਦੇ ਵਿੱਚ ਉਦਾਹਰਨਾਂ ਦੀ ਜੇ ਗੱਲ ਕਰੀਏ, ਬੈਕੇਲਾਈਟ ਤੇ ਮੈਲਾਮਾਈਨ ਬੈਕੇਲਾਈਟ। ਤੁਹਾਡੇ ਘਰ ਦੇ ਵਿੱਚ ਤੁਸੀਂ ਜਿਹੜੀਆਂ ਬਿਜਲੀ ਦੇ ਸਵਿਚ ਦੇਖੇ ਹੋਣਗੇ, ਤਾਂ ਜੇ ਉਹ ਸਵਿਚ ਗਰਮ ਵੀ ਹੋ ਜਾਣ, ਕਈ ਵਾਰ ਬਿਜਲੀ ਵੱਧ ਘੱਟ ਆ ਜਾਂਦੀ ਹੈ ਜਾਂ ਕੋਈ ਸ਼ਾਰਟ ਸਰਕਟ ਹੋ ਜਾਂਦਾ ਹੈ, ਸਵਿਚ ਮੱਚ ਵੀ ਜਾਂਦਾ ਹੈ ਪਰ ਉਹ ਪਿਘਲਦਾ ਨਹੀਂ। ਤਾਂ ਉਹ ਜਿਹੜੇ ਪਲਾਸਟਿਕ ਜਿਨ੍ਹਾਂ ਨੂੰ ਇੱਕ ਵਾਰ ਸਾਂਚੇ ਵਿੱਚ ਢਾਲ ਦਿੱਤਾ ਗਿਆ, ਫਿਰ ਇਹਨਾਂ ਨੂੰ ਗਰਮ ਕਰਕੇ ਅਸੀਂ ਨਰਮ ਨਹੀਂ ਕਰ ਸਕਦੇ, ਤਾਂ ਉਸ ਤਰ੍ਹਾਂ ਦੇ ਜਿਹੜੇ ਪਲਾਸਟਿਕ ਨੇ ਉਹਨਾਂ ਨੂੰ ਥਰਮੋਸੈਟਿੰਗ ਪਲਾਸਟਿਕ ਕਿਹਾ ਜਾਂਦਾ ਹੈ। ਜਿਵੇਂ ਸਵਿਚ ਨੇ ਬਿਜਲੀ ਦੇ, ਉਹ ਵੀ ਥਰਮੋਸੈਟਿੰਗ ਪਲਾਸਟਿਕ ਦੇ ਹੈ। ਔਰ ਤੁਸੀਂ ਜਿਹੜੇ ਸਾਡੇ ਰਸੋਈ ਦੇ ਵਿੱਚ ਅਸੀਂ ਬਰਤਨ ਦਾ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਜਿਹੜੇ ਹੈਂਡਲ ਹੁੰਦੇ ਆ ਉਹ ਬੈਕੇਲਾਈਟ ਦੇ ਜਿਹੜੇ ਯੂਜ਼ ਕੀਤਾ ਜਾਂਦਾ ਹੈ। ਕਾਰਨ ਕੀ ਹੈ ਕਿ ਇਹ ਜਿਹੜਾ ਬਿਜਲੀ ਦਾ ਕੁਚਾਲਕ ਹੋਣ ਕਰਕੇ, ਤਾਪ ਦਾ ਕੁਚਾਲਕ ਹੋਣ ਕਰਕੇ, ਔਰ ਦੂਸਰਾ ਇਹ ਹੈ ਕਿ ਜੇ ਅਸੀਂ ਇਸ ਨੂੰ ਗਰਮ ਕਰਦੇ ਹਾਂ ਤਾਂ ਇਹ ਪਿਘਲਦਾ ਨਹੀਂ ਹੈ। ਠੀਕ ਹੈ, ਤਾਂ ਇਹ ਕੁਛ ਕਾਰਨ ਨੇ। ਇਸ ਤੋਂ ਇਲਾਵਾ ਜਿਹੜੇ ਕੰਘੇ ਹੁੰਦੇ ਆ ਉਹ ਵੀ ਥਰਮੋਸੈਟਿੰਗ ਪਲਾਸਟਿਕ ਦੇ ਜ਼ਿਆਦਾਤਰ ਹੁੰਦੇ ਆ ਆਮ ਤੌਰ ਤੇ। ਔਰ ਜਿਹੜੇ ਟੈਲੀਫੋਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਬੈਕੇਲਾਈਟ ਦਾ ਉਪਯੋਗ ਕੀਤਾ ਜਾਂਦਾ ਹੈ। ਤਾਂ ਇਹ ਕੁਝ ਉਦਾਹਰਨਾਂ ਨੇ ਸਾਡੀ ਡੇਲੀ ਲਾਈਫ ਦੇ ਵਿੱਚੋਂ। ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਲੱਭ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਅਗਲੀ ਜਿਹੜੀ ਇਸ ਦੀ ਕਿਸਮ ਹੈ ਥਰਮੋਪਲਾਸਟਿਕ। ਪਿਆਰੇ ਵਿਦਿਆਰਥੀਓ, ਥਰਮੋਪਲਾਸਟਿਕ ਉਹ ਪਲਾਸਟਿਕ ਹਨ ਜੋ ਗਰਮ ਕਰਨ ਤੇ ਆਸਾਨੀ ਨਾਲ ਰੂਪ ਬਦਲ ਲੈਂਦੇ ਹਨ, ਭਾਵ ਆਸਾਨੀ ਨਾਲ ਮੁੜ ਜਾਂਦੇ ਹਨ। ਤੁਸੀਂ ਦੇਖਿਆ ਹੋਊਗਾ ਕਾਫੀ ਸਾਰੇ ਪਲਾਸਟਿਕ ਜਿਹੜੇ ਜਦੋਂ ਅਸੀਂ ਥੋੜਾ ਜਿਹਾ ਉਸ ਨੂੰ ਗਰਮ ਕਰੀਏ ਜਾਂ ਕਿਸੇ ਅੱਗ ਦੇ ਨੇੜੇ ਰੱਖ ਦਈਏ ਤਾਂ ਉਸ ਦਾ ਜਿਹੜਾ ਰੂਪ ਹੈ ਉਹ ਬਦਲ ਜਾਂਦਾ ਹੈ, ਉਹ ਮੁੜ ਜਾਂਦਾ ਹੈ। ਜਿਵੇਂ ਪੋਲੀਥੀਨ ਹੈ, PVC ਹੈ, ਲਿਫਾਫਾ ਹੈ ਕੋਈ ਪੋਲੀਥੀਨ ਦਾ, ਤੁਸੀਂ ਅੱਗ ਦੇ ਨੇੜੇ ਰੱਖਦੇ ਹੋ ਤਾਂ ਉਹ ਸੁੰਗੜ ਜਾਂਦਾ ਹੈ। ਤਾਂ ਭਾਵ ਇਹ ਉਹ ਪਲਾਸਟਿਕ ਨੇ ਜਿਹੜੇ ਟੈਂਪਰੇਚਰ ਨਾਲ, ਤਾਪ ਨਾਲ ਆਪਣਾ ਆਕਾਰ ਬਦਲ ਲੈਂਦੇ ਹਨ। ਕੁਝ ਉਦਾਹਰਨਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਬੋਟਲਸ ਜਿਹੜੀਆਂ ਆਉਂਦੀਆਂ ਨੇ ਪਾਣੀ ਦੇ ਲਈ, ਤਾਂ ਇਹ ਥਰਮੋਪਲਾਸਟਿਕ ਦੀਆਂ ਨੇ।
क्योंकि जे असीं इन्हां नूं गर्म करिए तां इन्हां दा आकार है जिहड़ा वो बदल जाता है। इसे तरह कुछ खिडौने ने जां बाल्टियां ने, कप ने छोटे बच्चों के दुੱਧ पीण दे लई, तां ये सारे थर्मोप्लास्टिक ਦੇ बने ਹੁੰਦੇ ਆ। ਜੇ ਤੁਸੀਂ ਇਹਨਾਂ ਨੂੰ ਜ਼ਿਆਦਾ ਗਰਮ ਕੋਈ ਭੋਜਨ ਪਦਾਰਥ ਅਸੀਂ ਇਹਦੇ 'ਚ ਪਾ ਦਈਏ ਤਾਂ ਵੀ ਇਹ ਆਪਣਾ ਆਕਾਰ ਬਦਲ ਲੈਂਦੇ ਆ। ਇਸੇ ਤਰ੍ਹਾਂ PVC ਪਾਈਪਾਂ ਜਿਹੜੀਆਂ ਘਰਾਂ ਦੇ ਵਿੱਚ ਫਿਟਿੰਗ ਦੇ ਲਈ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਨੇ ਬਿਜਲੀ ਫਿਟਿੰਗ ਦੇ ਲਈ, ਤਾਂ ਇਹ ਵੀ ਥਰਮੋਪਲਾਸਟਿਕ ਨੇ। ਜਾਂ ਖੇਤਾਂ ਦੇ ਵਿੱਚ ਸਿੰਚਾਈ ਦੇ ਲਈ ਜਿਹੜੀ ਕਿਸਾਨ ਪਲਾਸਟਿਕ ਪਾਈਪਾਂ ਯੂਜ਼ ਕਰਦੇ ਆ ਉਹ ਵੀ ਥਰਮੋਪਲਾਸਟਿਕ ਹੀ ਹੁੰਦੀਆਂ ਨੇ, ਕਿਉਂਕਿ ਗਰਮ ਕਰਨ 'ਤੇ ਉਹ ਆਪਣਾ ਆਕਾਰ ਬਦਲ ਲੈਂਦੀਆਂ ਨੇ। ਤਾਂ ਭਾਵ ਜੇ ਅਸੀਂ ਇੱਥੋਂ ਥਰਮੋਸੈਟਿੰਗ ਤੇ ਥਰਮੋਪਲਾਸਟਿਕ ਦੋਨਾਂ ਦੇ ਵਿੱਚ ਅੰਤਰ ਪਤਾ ਕਰਨਾ ਹੈ ਤਾਂ ਅਸੀਂ ਉਸ ਨੂੰ ਗਰਮ ਕਰਕੇ ਦੇਖ ਸਕਦੇ ਹਾਂ। ਜੇ ਤਾਂ ਗਰਮ ਕਰਨ 'ਤੇ ਉਹ ਆਪਣਾ ਆਕਾਰ ਬਦਲ ਲੈਂਦਾ ਹੈ ਜਾਂ ਆਸਾਨੀ ਨਾਲ ਮੁੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਜਿਹੜੇ ਨੇ ਪਲਾਸਟਿਕ ਥਰਮੋਪਲਾਸਟਿਕ ਹੋਣਗੇ। ਜੇ ਗਰਮ ਕਰਨ ਦੇ ਨਾਲ ਜਾਂ ਉਸ ਨੂੰ ਤਾਪ ਦੇਣ ਦੇ ਨਾਲ ਉਸ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ, ਉਹ ਮੁੜਦਾ ਨਹੀਂ ਹੈ, ਤਾਂ ਅਸੀਂ ਉਸ ਨੂੰ ਥਰਮੋਸੈਟਿੰਗ ਪਲਾਸਟਿਕ ਕਹਾਂਗੇ। ਉਸ ਤੋਂ ਬਾਅਦ ਪਲਾਸਟਿਕ ਦੀਆਂ ਵਿਸ਼ੇਸ਼ਤਾਵਾਂ ਜੇ ਤੁਸੀਂ ਦੇਖੋ ਤਾਂ ਤੁਹਾਡੀ ਡੇਲੀ ਲਾਈਫ ਦੇ ਵਿੱਚ ਕਾਫੀ ਸਾਰੇ ਪ੍ਰੋਡਕਟ ਨੇ ਜਿੱਥੇ ਅਸੀਂ ਪਲਾਸਟਿਕ ਨੂੰ ਜ਼ਿਆਦਾ ਪ੍ਰੈਫਰ ਕਰਦੇ ਹਾਂ ਬਾਕੀਆਂ ਦੇ ਕੰਪੈਰੀਜ਼ਨ। ਤਾਂ ਉਸ ਦੇ ਕੀ ਕਾਰਨ ਹਨ? ਭਾਵ ਇਹੋ ਜਿਹਾ ਪਲਾਸਟਿਕ ਦੇ ਵਿੱਚ ਕੀ ਹੈ ਕਿ ਅਸੀਂ ਇਸ ਦਾ ਇਸਤੇਮਾਲ ਇੰਨੀ ਵੱਡੀ ਪੱਧਰ ਤੇ ਕਰ ਰਹੇ ਹਾਂ। ਤਾਂ ਜੇ ਅਸੀਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਭ ਤੋਂ ਵੱਡੀ ਇੱਕ ਵਿਸ਼ੇਸ਼ਤਾ ਇਹਦੀ ਇਹ ਹੈ ਕਿ ਜਿਹੜਾ ਇਹ ਪਲਾਸਟਿਕ ਹੈ ਇਹ ਅਕਿਰਿਆਸ਼ੀਲ ਹੁੰਦਾ ਹੈ। ਭਾਵ ਇਹ ਕਿਸੇ ਹੋਰ ਪਦਾਰਥਾਂ ਨਾਲ ਕਿਰਿਆ ਨਹੀਂ ਕਰਦਾ। ਮਤਲਬ ਇੱਕ ਤਾਂ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਇਹ ਹੈ ਕਿ ਇਹ ਅਕਿਰਿਆਸ਼ੀਲ ਹੁੰਦਾ ਹੈ। ਦੂਸਰਾ ਜਿਹੜਾ ਪਲਾਸਟਿਕ ਹੈ ਇੱਕ ਤਾਂ ਇਹ ਹਲਕਾ ਹੈ, ਮਜ਼ਬੂਤ ਹੁੰਦਾ ਹੈ ਤੇ ਹੰਢਣਸਾਰ ਹੁੰਦਾ ਹੈ, ਜ਼ਿਆਦਾ ਲੰਬਾ ਸਮਾਂ ਟਿਕ ਸਕਦਾ ਹੈ। ਦੂਸਰੇ ਪਦਾਰਥਾਂ ਦੇ ਕੰਪੈਰੀਜ਼ਨ ਇਹ ਹਲਕਾ ਹੈ ਤੇ ਮਜ਼ਬੂਤ ਵੀ ਹੈ। ਅਗਲੀ ਵਿਸ਼ੇਸ਼ਤਾ ਹੈ ਕਿ ਬਿਜਲੀ ਦਾ ਕੁਚਾਲਕ ਹੁੰਦਾ ਹੈ। ਤਾਂ ਇਹ ਤਿੰਨੋਂ ਇਸ ਦੀਆਂ ਬੜੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਨੇ। ਇਹੀ ਵਿਸ਼ੇਸ਼ਤਾਵਾਂ ਇਸ ਦੀ ਪਪੂਲੈਰਿਟੀ ਨੂੰ ਵਧਾ ਦਿੰਦੀਆਂ। ਤਾਂ ਪਲਾਸਟਿਕ ਦੇ ਕੀ ਯੂਜ਼ਸ ਨੇ, ਕੀ ਉਪਯੋਗ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਪਲਾਸਟਿਕ ਦੀ ਸਿਹਤ ਦੇਖਭਾਲ ਉਦਯੋਗ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਵਰਤੋਂ ਹੁੰਦੀ ਹੈ। ਜਿਵੇਂ ਜਿਹੜੀਆਂ ਦਵਾਈਆਂ ਦੀਆਂ ਗੋਲੀਆਂ ਆਉਂਦੀਆਂ ਨੇ ਉਹਨਾਂ ਨੂੰ ਪੈਕ ਕਰਨ ਦੇ ਲਈ ਪਲਾਸਟਿਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੁਸੀਂ ਵੀ ਡਾਕਟਰ ਦੇ ਕੋਲੋਂ ਕਈ ਵਾਰ ਇਹ ਗੋਲੀਆਂ ਲਈਆਂ ਹੋਣਗੀਆਂ, ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪਲਾਸਟਿਕ ਦਾ ਇੱਕ ਜਿਹੜਾ ਪੈਕਿੰਗ ਬਣੀ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਗੋਲੀਆਂ ਨੂੰ ਰੱਖਿਆ ਜਾਂਦਾ ਹੈ। ਕਾਰਨ ਕੀ ਹੈ ਕਿ ਇਹ ਅਕਿਰਿਆਸ਼ੀਲ ਹੈ। ਦੂਸਰਾ ਹੈ ਜ਼ਖਮਾਂ ਨੂੰ ਸਿਉਣ ਦੇ ਲਈ। ਜਿਹੜੇ ਜਦੋਂ ਕਿਸੇ ਦੇ ਕੋਈ ਸੱਟ ਲੱਗਦੀ ਹੈ ਤਾਂ ਉਸ ਦੇ ਜਿਹੜੇ ਜ਼ਖਮਾਂ ਨੂੰ ਸਿਉਇਆ ਜਾਂਦਾ ਹੈ, ਟਾਂਕੇ ਜਿਹੜੇ ਲਗਾਏ ਜਾਂਦੇ ਨੇ, ਉੱਥੇ ਵੀ ਜਿਹੜਾ ਉਹ ਧਾਗਾ ਵਰਤਿਆ ਜਾਂਦਾ ਹੈ। ਆਮ ਤੌਰ 'ਤੇ ਉਹ ਪਲਾਸਟਿਕ ਦਾ ਜਿਹੜਾ ਉੱਥੇ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜੇ ਸਿਰਿੰਜ ਹੁੰਦੀਆਂ ਨੇ ਉਹ ਵੀ ਪਲਾਸਟਿਕ ਦੀਆਂ ਬਣੀਆਂ ਹੋਈਆਂ ਨੇ। ਡਾਕਟਰਾਂ ਦੇ ਦਸਤਾਨੇ ਨੇ ਅਤੇ ਅਨੇਕਾਂ ਪ੍ਰਕਾਰ ਦੇ ਮੈਡੀਕਲ ਯੰਤਰ। ਕਾਰਨ ਕੀ ਹੈ ਕਿ ਅਕਿਰਿਆਸ਼ੀਲ ਹੈ, ਮਜ਼ਬੂਤ ਹੈ, ਹਲਕਾ ਹੈ। ਤਾਂ ਇਹ ਕੁਝ ਮਿਲੇ ਜੁਲੇ ਕਾਰਨ ਹੈ। ਇਸ ਤੋਂ ਇਲਾਵਾ ਤੁਸੀਂ ਮਾਈਕ੍ਰੋਵੇਵ ਓਵਨ ਦੇਖਿਆ ਹੋਵੇਗਾ ਜਿਸ ਦੇ ਵਿੱਚ ਭੋਜਨ ਨੂੰ ਪਕਾਉਣ ਦੇ ਲਈ ਜਾਂ ਭੋਜਨ ਨੂੰ ਗਰਮ ਕਰਨ ਦੇ ਲਈ ਅਸੀਂ ਉਸ ਨੂੰ ਵਰਤਦੇ ਹਾਂ।
ਤਾਂ ਉਸਦੇ ਜਿਹੜੇ ਬਰਤਨ ਉਸਦੇ ਵਿੱਚ ਇਸਤੇਮਾਲ ਦੇ ਵਿੱਚ ਲਿਆਂਦੇ ਜਾਂਦੇ ਆ ਉਹ ਵੀ ਆਮ ਤੌਰ ਤੇ ਪਲਾਸਟਿਕ ਦੇ ਹੁੰਦੇ ਆ। ਕਾਰਨ ਕੀ ਹੈ ਕਿ ਉਹ ਅਕਿਰਿਆਸ਼ੀਲ ਨੇ ਔਰ ਉਸਦੇ ਵਿੱਚ ਜਿਹੜਾ ਭੋਜਨ ਪਦਾਰਥ ਹੈ ਉਹ ਗਰਮ ਹੋ ਜਾਂਦਾ ਹੈ ਤਾਂ ਇਹਦੇ ਨਾਲ ਉਹ ਕਿਰਿਆ ਨਹੀਂ ਕਰਦਾ। ਇਸ ਤੋਂ ਇਲਾਵਾ ਜਿਹੜਾ ਇੱਕ ਟੈਫਲੌਨ ਹੈ ਉਹ ਵੀ ਇੱਕ ਵਿਸ਼ੇਸ਼ ਪਲਾਸਟਿਕ ਹੈ। ਟੈਫਲੌਨ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਹੜੇ ਤੇਲ ਨੇ ਜਾਂ ਪਾਣੀ ਨੇ ਉਹ ਟੈਫਲੌਨ ਤੇ ਚਿਪਕਦੇ ਨਹੀਂ ਹੈਗੇ। ਤਾਂ ਜਿਹੜੇ ਜਿੰਨੇ ਵੀ ਭੋਜਨ ਪਕਾਉਣ ਵਾਲੇ ਬਰਤਨ ਆਉਂਦੇ ਆ ਉਹਨਾਂ ਦੀ ਜਿਹੜੀ ਉੱਪਰਲੀ ਪਰਤ ਹੈ ਉਸ ਦੇ ਉੱਪਰ ਟੈਫਲੌਨ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਤੇਲ ਅਤੇ ਪਾਣੀ ਜਾਂ ਕੋਈ ਭੋਜਨ ਪਦਾਰਥ ਜੋ ਅਸੀਂ ਉਸ ਦੇ ਵਿੱਚ ਪਕਾ ਰਹੇ ਹਾਂ ਤਾਂ ਉਹ ਭੋਜਨ ਪਦਾਰਥ ਇਸ ਦੇ ਉੱਤੇ ਨਾ ਚਿਪਕੇ। ਅਗਲਾ ਜਿਹੜਾ ਯੂਜ਼ ਹੈ ਫਾਇਰ ਪ੍ਰੂਫ ਪਲਾਸਟਿਕ। ਹੁਣ ਤੁਸੀਂ ਕਹੋਗੇ ਕਿ ਜਿਹੜੇ ਪਲਾਸਟਿਕ ਨੇ ਜਾਂ ਸੰਸਲਿਸ਼ਟ ਰੇਸ਼ੇ ਨੇ ਉਹ ਆਸਾਨੀ ਨਾਲ ਅੱਗ ਫੜ ਲੈਂਦੇ ਨੇ, ਪਰ ਪਿਆਰੇ ਵਿਦਿਆਰਥੀਓ ਇੱਕ ਫਾਇਰ ਪ੍ਰੂਫ ਪਲਾਸਟਿਕ ਵੀ ਹੁੰਦਾ ਹੈ ਮੈਲਾਮਾਈਨ। ਅੱਗ ਬੁਝਾਉਣ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਵਰਦੀਆਂ ਦੇ ਉੱਤੇ ਇਹ ਪਦਾਰਥ ਹੈ ਜਿਹੜਾ ਮੈਲਾਮਾਈਨ ਪਲਾਸਟਿਕ ਇਸ ਦੀ ਪਰਤ ਚੜਾਈ ਹੁੰਦੀ ਹੈ ਪਰ ਇਹ ਅੱਗ ਰੋਧਕ ਹੁੰਦਾ ਹੈ। ਭਾਵ ਕਿ ਜਦੋਂ ਉਹ ਇਹ ਵਰਤੀ ਨੂੰ ਪਾ ਕੇ ਅੱਗ ਬੁਝਾਉਣ ਦੇ ਲਈ ਉਤਰਦੇ ਨੇ ਤਾਂ ਉਸ ਅੱਗ ਤੋਂ ਇਹ ਜਿਹੜਾ ਮੈਲਾਮਾਈਨ ਪਲਾਸਟਿਕ ਹੈ ਉਹ ਉਹਨਾਂ ਦੀ ਜਿਹੜੀ ਰੱਖਿਆ ਕਰਦਾ ਹੈ। ਤਾਂ ਇਸ ਤੋਂ ਇਲਾਵਾ ਜਿਹੜਾ ਪਲਾਸਟਿਕ ਹੈ ਉਸਦੇ ਤੁਹਾਡੀ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੇ ਉਪਯੋਗ ਨੇ। ਜਿਵੇਂ ਇੱਕ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਜੋ ਅਚਾਰ ਹੁੰਦਾ ਹੈ, ਅਚਾਰ ਨੂੰ ਅਸੀਂ ਜ਼ਿਆਦਾਤਰ ਰੱਖਣ ਦੇ ਲਈ ਪਲਾਸਟਿਕ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਹਾਂ। ਕੋਈ ਧਾਤ ਦਾ ਜਿਹੜਾ ਬਰਤਨ ਹੈ ਉਸ ਨੂੰ ਨਹੀਂ ਵਰਤਦੇ। ਤਾਂ ਉਹਦਾ ਕਾਰਨ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਪਲਾਸਟਿਕ ਅਕਿਰਿਆਸ਼ੀਲ ਹੈ। ਅਚਾਰ ਜਿਹੜਾ ਹੁੰਦਾ ਹੈ ਉਹ ਤੇਜ਼ਾਬੀ ਹੁੰਦਾ ਹੈ ਤਾਂ ਪਲਾਸਟਿਕ ਉਸ ਨਾਲ ਕਿਰਿਆ ਨਹੀਂ ਕਰਦਾ, ਇਸ ਲਈ ਜ਼ਿਆਦਾ ਇਹ ਪ੍ਰੈਫਰ ਕੀਤਾ ਜਾਂਦਾ ਹੈ ਕਿ ਅਸੀਂ ਅਚਾਰ ਨੂੰ ਕਿਸੇ ਪਲਾਸਟਿਕ ਦੇ ਬਰਤਨ ਦੇ ਵਿੱਚ ਰੱਖੀਏ। ਉਸ ਤੋਂ ਬਾਅਦ ਅੱਗੇ ਇਸ ਟੌਪਿਕ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਜਿਹੜੇ ਅਕਸਰ ਹੀ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਤੇ ਉਮੀਦ ਕਰਦਾ ਕਿ ਇਹ ਜਿਹੜਾ ਟੌਪਿਕ ਹੈ ਤੁਸੀਂ ਧਿਆਨ ਨਾਲ ਸੁਣਿਆ ਹੋਵੇਗਾ। ਤਾਂ ਇਹ ਜਿਹੜੇ ਪ੍ਰਸ਼ਨ ਨੇ ਇਹਨਾਂ ਦੇ ਉੱਤਰ ਦੇਣੇ ਵੀ ਤੁਹਾਨੂੰ ਬੜੇ ਆਸਾਨ ਲੱਗਣਗੇ। ਤਾਂ ਇੱਕ ਇੱਕ ਕਰਕੇ ਅਸੀਂ ਇਹਨਾਂ ਪ੍ਰਸ਼ਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈ ਕਿ ਭੋਜਨ ਪਦਾਰਥਾਂ ਦੇ ਭੰਡਾਰਨ ਕਰਨ ਲਈ ਪਲਾਸਟਿਕ ਬਰਤਨਾਂ ਦੀ ਵਰਤੋਂ ਦੇ 3 ਪ੍ਰਮੁੱਖ ਲਾਭ ਦੱਸੋ। ਹੁਣ ਇੱਥੇ ਮੈਨੂੰ ਲੱਗਦਾ ਵੀ ਇਹ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਹੁਣ ਪਤਾ ਲੱਗ ਗਿਆ ਹੋਵੇਗਾ ਕਿ ਇੱਕ ਤਾਂ ਜਿਹੜੇ ਪਲਾਸਟਿਕ ਦੇ ਬਰਤਨ ਨੇ ਉਹ ਅਕਿਰਿਆਸ਼ੀਲ ਹੁੰਦੇ ਆ। ਭਾਵ ਜੋ ਭੋਜਨ ਪਦਾਰਥ ਅਸੀਂ ਉਸ ਬਰਤਨ ਦੇ ਵਿੱਚ ਰੱਖਾਂਗੇ ਤਾਂ ਉਹ ਭੋਜਨ ਪਦਾਰਥ ਨਾਲ ਇਹ ਬਰਤਨ ਕਿਰਿਆ ਨਹੀਂ ਕਰੇਗਾ। ਤਾਂ ਇੱਕ ਤਾਂ ਲਾਭ ਇਹ ਹੈ। ਦੂਸਰਾ ਲਾਭ ਹੈ ਕਿ ਜਿਹੜੇ ਪਲਾਸਟਿਕ ਦੇ ਬਰਤਨ ਨੇ ਇਹ ਹਲਕੇ ਹੁੰਦੇ ਆ। ਤੀਸਰਾ ਲਾਭ ਇਹ ਹੈ ਕਿ ਪਲਾਸਟਿਕ ਦੇ ਬਰਤਨ ਜੋ ਅਸੀਂ ਇਹਦੇ ਲਈ ਰੱਖਾਂਗੇ ਉਹ ਜ਼ਿਆਦਾ ਹੰਢਣਸਾਰ ਨੇ, ਮਜ਼ਬੂਤ ਨੇ। ਹੁਣ ਜੇ ਮੰਨ ਲਓ ਕਿ ਅਸੀਂ ਕੋਈ ਕੱਚ ਦਾ ਬਰਤਨ ਰੱਖਿਆ ਹੋਵੇ ਤਾਂ ਕੱਚ ਡਿੱਗ ਸਕਦਾ ਹੈ, ਟੁੱਟ ਸਕਦਾ ਹੈ। ਪਰ ਜੇ ਪਲਾਸਟਿਕ ਦਾ ਕੋਈ ਬਰਤਨ ਹੈ ਤਾਂ ਉਸ ਦੀ ਜਿਹੜੀ ਡਿਊਰੇਬਿਲਿਟੀ ਹੈ ਉਹ ਗਲਾਸ ਦੇ ਜਾਂ ਕੱਚ ਦੇ ਕੰਪੈਰੀਜ਼ਨ ਜ਼ਿਆਦਾ ਹੈ, ਕਿਉਂਕਿ ਜੇ ਡਿੱਗ ਵੀ ਜਾਂਦਾ ਹੈ ਤਾਂ ਡਿੱਗ ਕੇ ਟੁੱਟਦਾ ਨਹੀਂ। ਤਾਂ ਇਹ ਕੁਝ ਲਾਭ ਨੇ ਜੋ ਭੋਜਨ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਅਸੀਂ ਜ਼ਿਆਦਾ ਪਲਾਸਟਿਕ ਨੂੰ ਕਿਉਂ ਵਰਤਦੇ ਹਾਂ। ਅਗਲਾ ਜਿਹੜਾ ਪ੍ਰਸ਼ਨ ਹੈ ਕਿ ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਪਲਾਸਟਿਕ ਵਿੱਚ ਅੰਤਰ ਸਪਸ਼ਟ ਕਰੋ। ਥਰਮੋਪਲਾਸਟਿਕ ਤੇ ਥਰਮੋਸੈਟਿੰਗ ਅਸੀਂ ਕਾਫੀ ਡਿਟੇਲ ਦੇ ਵਿੱਚ ਇਹਨਾਂ ਬਾਰੇ ਪੜ੍ਹ ਕੇ ਆਏ ਹਾਂ।
ਕਿ ਉਹ ਪਲਾਸਟਿਕ ਹੈ ਜਿਹੜਾ ਗਰਮ ਕਰਨ ਤੇ ਆਕਾਰ ਬਦਲਦਾ ਹੈ, ਉਸਨੂੰ ਥਰਮੋਪਲਾਸਟਿਕ ਕਿਹਾ ਜਾਂਦਾ ਹੈ। ਥਰਮੋਸੈਟਿੰਗ ਉਹ ਹੈ ਜਿਹੜਾ ਗਰਮ ਕਰਨ ਤੇ ਆਪਣਾ ਆਕਾਰ ਨਹੀਂ ਬਦਲਦਾ, ਜੋ ਇੱਕ ਵਾਰ ਜਿਸ ਤਰ੍ਹਾਂ ਦਾ ਵੀ ਸਾਂਚਾ ਉਸਦਾ ਬਣ ਜਾਂਦਾ ਹੈ ਤਾਂ ਉਹ ਗਰਮ ਕਰਨ ਤੇ ਪਿਘਲਦਾ ਨਹੀਂ ਹੈਗਾ। ਇਹਦੇ ਬਾਰੇ ਅਸੀਂ ਕਾਫੀ ਸਾਰੀਆਂ ਉਦਾਹਰਨਾਂ ਵੀ ਡਿਸਕਸ ਕਰਕੇ ਆਏ ਹਾਂ ਪਿੱਛੇ। ਅਗਲਾ ਜਿਹੜਾ ਪ੍ਰਸ਼ਨ ਹੈ ਕਿ ਸਮਝਾਓ ਥਰਮੋਸੈਟਿੰਗ ਪਲਾਸਟਿਕ ਤੋਂ ਹੇਠ ਲਿਖੇ ਕਿਉਂ ਬਣਾਏ ਜਾਂਦੇ ਹਨ। ਜਿਵੇਂ ਪਤੀਲੇ ਦਾ ਹੱਥਾ ਹੈ, ਤਾਂ ਪਿਆਰੇ ਵਿਦਿਆਰਥੀਓ ਥਰਮੋਸੈਟਿੰਗ ਪਲਾਸਟਿਕ ਗਰਮ ਕਰਨ ਤੇ ਉਸ ਦਾ ਆਕਾਰ ਨਹੀਂ ਬਦਲਦਾ, ਇਸੇ ਲਈ ਅਸੀਂ ਪਤੀਲੇ ਦਾ ਹੱਥਾ ਥਰਮੋਸੈਟਿੰਗ ਦਾ ਬਣਾਉਂਦੇ ਹਾਂ, ਕਿਉਂਕਿ ਜਦੋਂ ਪਤੀਲੇ ਦੇ ਵਿੱਚ ਅਸੀਂ ਭੋਜਨ ਪਕਾ ਰਹੇ ਹਾਂ ਤਾਂ ਉਸ ਨੂੰ ਅੱਗ ਦੇ ਉੱਪਰ ਅਸੀਂ ਰੱਖਿਆ ਹੋਇਆ ਹੈ। ਜੇ ਉਹ ਥਰਮੋਸੈਟਿੰਗ ਪਲਾਸਟਿਕ ਦਾ ਬਣਿਆ ਹੈ ਤਾਂ ਗਰਮ ਹੋਣ ਨਾਲ ਉਸ ਦਾ ਜਿਹੜਾ ਹੱਥਾ ਹੈ ਉਹ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ ਜਿਸ ਤਰ੍ਹਾਂ ਦਾ ਉਹ ਪਹਿਲਾਂ ਸੀ। ਜੇ ਇਸ ਦੀ ਥਾਂ ਤੇ ਅਸੀਂ ਕੋਈ ਥਰਮੋਪਲਾਸਟਿਕ ਵਰਤਿਆ ਹੁੰਦਾ ਤਾਂ ਜਦੋਂ ਅਸੀਂ ਭੋਜਨ ਪਦਾਰਥ ਬਣਾਉਂਦੇ ਤਾਂ ਉਹ ਜਿਹੜਾ ਹੱਥਾ ਸੀ ਉਹ ਪਿਘਲ ਜਾਂਦਾ। ਤਾਂ ਇਸੇ ਲਈ ਅਸੀਂ ਇੱਥੇ ਥਰਮੋਸੈਟਿੰਗ ਪਲਾਸਟਿਕ ਦਾ ਇਸਤੇਮਾਲ ਕਰਦੇ ਹਾਂ। ਦੂਸਰਾ ਇਹ ਹੈ ਕਿ ਪਲਾਸਟਿਕ ਦਾ ਇਸਤੇਮਾਲ ਹੀ ਕਿਉਂ ਕੀਤਾ ਹੈ, ਕਿਉਂਕਿ ਪਲਾਸਟਿਕ ਬਿਜਲੀ ਦਾ ਤੇ ਤਾਪ ਦਾ ਕੁਚਾਲਕ ਹੁੰਦਾ ਹੈ। ਭਾਵ ਜੇ ਪਤੀਲਾ ਗਰਮ ਵੀ ਹੁੰਦਾ ਹੈ ਤਾਂ ਇਹਦਾ ਹੱਥਾ ਹੈ ਜਿਹੜਾ ਉਹ ਗਰਮ ਨਹੀਂ ਹੁੰਦਾ। ਦੂਸਰਾ ਹੈ ਕਿ ਬਿਜਲੀ ਦੇ ਪਲੱਗ ਸਵਿੱਚ ਜਾਂ ਪਲੱਗ ਬੋਰਡ, ਤਾਂ ਉਹ ਵੀ ਥਰਮੋਸੈਟਿੰਗ ਪਲਾਸਟਿਕ ਦੇ ਇਸੇ ਲਈ ਬਣਾਏ ਜਾਂਦੇ ਹੈ ਕਿ ਜਿਹੜੀ ਬਿਜਲੀ ਹੈ ਅਗਰ ਉਸ ਦੇ ਵਿੱਚ ਕੋਈ ਸਪਾਰਕਿੰਗ ਹੋ ਜਾਂਦੀ ਹੈ ਜਾਂ ਕੋਈ ਹੀਟਿੰਗ ਹੋ ਜਾਂਦੀ ਹੈ ਤਾਂ ਉਹ ਗਰਮ ਹੋ ਕੇ ਪਿਘਲੇ ਨਾ, ਆਪਣਾ ਆਕਾਰ ਨਾ ਬਦਲੇ। ਇਸੇ ਲਈ ਥਰਮੋਸੈਟਿੰਗ ਪਲਾਸਟਿਕ ਦਾ ਇਸਤੇਮਾਲ ਉੱਥੇ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਪਲਾਸਟਿਕ ਦੀਆਂ ਵਿਸ਼ੇਸ਼ਤਾਵਾਂ। ਪਿਆਰੇ ਵਿਦਿਆਰਥੀਓ ਪਲਾਸਟਿਕ ਬਾਰੇ ਕਾਫੀ ਕੁਝ ਅਸੀਂ ਇੱਥੇ ਡਿਸਕਸ ਕਰ ਚੁੱਕੇ ਹਾਂ। ਪਲਾਸਟਿਕ ਦੀਆਂ ਜੇ ਵਿਸ਼ੇਸ਼ਤਾਵਾਂ ਲਿਖਣੀਆਂ ਹੋਣ ਤਾਂ ਇਹਦੀਆਂ ਤਿੰਨ ਜਿਹੜੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਅਸੀਂ ਇਸ ਵੀਡੀਓ ਲੈਕਚਰ ਦੇ ਵਿੱਚ ਸਿੱਖੀਆਂ ਨੇ। ਇੱਕ ਤਾਂ ਇਹ ਹੈ ਕਿ ਜਿਹੜਾ ਪਲਾਸਟਿਕ ਹੈ ਉਹ ਅਕਿਰਿਆਸ਼ੀਲ ਹੁੰਦਾ ਹੈ। ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਲਕਾ ਹੈ, ਮਜ਼ਬੂਤ ਹੈ, ਹੰਢਣਸਾਰ ਹੁੰਦਾ ਹੈ। ਤੀਸਰੀ ਵਿਸ਼ੇਸ਼ਤਾ ਇਸ ਦੀ ਇਹ ਹੈ ਕਿ ਜਿਹੜਾ ਇਹ ਪਲਾਸਟਿਕ ਹੈ ਇਹ ਜ਼ਿਆਦਾ ਲੰਬਾ ਸਮਾਂ ਚੱਲਦਾ ਹੈ। ਤਾਂ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਲਿਖ ਸਕਦੇ ਹੋ। ਇਹ ਵੀ ਲਿਖ ਸਕਦੇ ਹਾਂ ਕਿ ਉਹ ਬਿਜਲੀ ਦਾ ਕੁਚਾਲਕ ਹੁੰਦਾ ਹੈ। ਤਾਂ ਕਾਫੀ ਸਾਰੇ ਜਿੱਥੇ ਸਾਨੂੰ ਬਿਜਲੀ ਨਾਲ ਸੰਬੰਧਿਤ ਕੋਈ ਅਸੀਂ PVC ਪਾਈਪਾਂ ਵਰਤਦੇ ਹਾਂ ਉਹ ਪਲਾਸਟਿਕ ਦੀਆਂ ਇਸੇ ਲਈ ਵਰਤਦੇ ਹਾਂ ਕਿ ਉੱਥੇ ਬਿਜਲੀ ਨਾਲ ਸੰਬੰਧਿਤ ਜਿਹੜੀਆਂ ਤਾਰਾਂ ਹੋਣ ਕਰਕੇ ਕਿ ਉਹ ਬਿਜਲੀ ਦੇ ਕੁਚਾਲਕ ਨੇ, ਤਾਂ ਜਿਹੜਾ ਸੰਬੰਧਿਤ ਕੋਈ ਵਿਅਕਤੀ ਹੈ ਉਸ ਨੂੰ ਬਿਜਲੀ ਤੋਂ ਉਸ ਦੀ ਸੁਰੱਖਿਆ ਬਣੀ ਰਹਿੰਦੀ ਹੈ। ਤਾਂ ਇਸ ਟੌਪਿਕ ਦੇ ਵਿੱਚ ਅਸੀਂ ਕਾਫੀ ਸਾਰੇ ਪ੍ਰੋਡਕਟ ਜਿਹੜੇ ਪਲਾਸਟਿਕ ਨਾਲ ਸੰਬੰਧਿਤ ਡਿਸਕਸ ਕੀਤੇ ਹੈ। ਪਰ ਪਿਆਰੇ ਵਿਦਿਆਰਥੀਓ ਕਿਤੇ ਨਾ ਕਿਤੇ ਜਿਹੜਾ ਇਹ ਪਲਾਸਟਿਕ ਹੈ ਇਸ ਦਾ ਇਸਤੇਮਾਲ ਸਾਡੇ ਵਾਤਾਵਰਣ ਦੇ ਲਈ ਚੰਗਾ ਨਹੀਂ ਹੈ। ਕੀ ਕਾਰਨ ਹੈ? ਕਿਉਂਕਿ ਅਸੀਂ ਪੜ੍ਹਿਆ ਹੈ ਕਿ ਪਲਾਸਟਿਕ ਦਾ ਅਕਿਰਿਆਸ਼ੀਲ ਹੋਣ ਕਰਕੇ ਲੰਬਾ ਸਮਾਂ ਟਿਕਿਆ ਰਹਿੰਦਾ ਹੈ। ਪਰ ਲੰਬਾ ਸਮਾਂ ਟਿਕਣ ਕਰਕੇ ਇਹ ਸਾਡੇ ਵਾਤਾਵਰਣ ਨੂੰ ਕੀ ਨੁਕਸਾਨ ਪਹੁੰਚਾਉਂਦਾ ਹੈ? ਕਿਉਂਕਿ ਇਹ ਗਲਦਾ ਨਹੀਂ ਹੈ, ਇਹ ਡੀਗ੍ਰੇਡ ਨਹੀਂ ਹੁੰਦਾ ਹੈ। ਇਸੇ ਲਈ ਇਹ ਕਿਤੇ ਨਾ ਕਿਤੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਜੋ ਕਿਹੜੀਆਂ ਇਸ ਨਾਲ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਨੇ ਉਹ ਅਸੀਂ ਇਸ ਤੋਂ ਅਗਲੇ ਜਿਹੜਾ ਵੀਡੀਓ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਕਿ ਜਿਹੜਾ ਪਲਾਸਟਿਕ ਹੈ ਉਸ ਦਾ ਸਾਡੇ এনवायरमेंट ਨਾਲ ਕੀ ਸੰਬੰਧ ਹੈ, ਜਾਂ এনवायरमेंट ਦੇ ਉੱਤੇ ਜ਼ਿਆਦਾ ਜਿਹੜੀ ਇਸ ਦੀ ਵਰਤੋਂ ਦੇ ਕੀ ਨੁਕਸਾਨ ਹੋ ਸਕਦੇ ਨੇ। ਤਾਂ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਲੈਕਚਰ ਨੂੰ ਚੰਗੀ ਤਰ੍ਹਾਂ ਸੁਣਿਆ ਹੋਵੇਗਾ, ਸਮਝਿਆ ਹੋਵੇਗਾ ਤੇ ਇਹਨਾਂ ਟੌਪਿਕਸ ਇਹ ਤੁਹਾਡੇ ਸਮਝ ਆ ਗਏ ਹੋਣਗੇ। ਧੰਨਵਾਦ, ਥੈਂਕ ਯੂ।